हाँ जी स्टूडेंट्स, ਤੁਹਾਨੂੰ ਕੁਝ ਐਲੀਮੈਂਟਸ ਦੀਆਂ ਇਲੈਕਟ੍ਰੋਨਿਕ ਕਨਫੀਗਰੇਸ਼ਨਸ ਲਿਖਣ ਲਈ ਦਿੱਤੀਆਂ ਸੀ ਤੇ ਕਾਫੀ ਬੱਚਿਆਂ ਨੇ ਮੈਨੂੰ ਇਲੈਕਟ੍ਰੋਨਿਕ ਕਨਫੀਗਰੇਸ਼ਨਸ ਲਿਖ ਕੇ ਪਿਕਸ ਵੀ ਸੈਂਡ ਕੀਤੀਆਂ ਤੇ ਮੈਂ ਦੇਖਿਆ ਕਿ ਕਾਫੀ ਜੋ ਹੈ ਗਲਤੀਆਂ ਉਹਦੇ ਵਿੱਚ ਦੇਖਣ ਨੂੰ ਮਿਲੀਆਂ। ਇਸ ਕਰਕੇ ਤੁਹਾਡੇ ਲਈ ਇਹ ਇਲੈਕਟ੍ਰੋਨਿਕ ਕਨਫੀਗਰੇਸ਼ਨਸ ਲਿਖੀਆਂ ਨੇ ਸਾਰੀਆਂ ਤੇ ਜੋ ਸਿਕੇਮੈਟਿਕ ਡਾਇਆਗਰਾਮ ਤੁਸੀਂ ਲਿਖੀ ਹੈ ਸਾਰਿਆਂ ਨੇ ਆਊਫਬਾਊ ਪ੍ਰਿੰਸੀਪਲ ਦੇ ਅਕੋਰਡਿੰਗ, ਉਹਦੇ ਅਕੋਰਡਿੰਗ ਹੀ ਤੁਸੀਂ ਸਾਰਿਆਂ ਨੇ ਜੋ ਹੈ ਇਲੈਕਟ੍ਰੋਨਸ ਫਿਲ ਕਰਨੇ ਆ ਜਦੋਂ ਵੀ ਕਿਤੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖਣੀ ਹੈ। ਸੋ ਇਹਦੇ ਲਈ ਸਭ ਤੋਂ ਪਹਿਲਾਂ ਇੱਕ ਲਾਸਟ ਆਪਾਂ ਐਲੀਮੈਂਟ ਦੇਖਦੇ ਹਾਂ, ਓਰਗੈਨਿਸਨ। ਸੋ ਪੀਰੀਓਡਿਕ ਟੇਬਲ ਦਾ ਸਭ ਤੋਂ ਲਾਸਟ ਐਲੀਮੈਂਟ ਹੈ ਇਹ, 118 ਅਟੋਮਿਕ ਨੰਬਰ ਹੈ। ਜੋ ਸਿਕੇਮੈਟਿਕ ਡਾਇਆਗਰਾਮ ਦੇ ਅਕੋਰਡਿੰਗ ਅਟੋਮਿਕ ਔਰਬਿਟਲਸ ਲਿਖੇ ਜਾਂਦੇ ਆ ਇਨਕਰੀਜ਼ਿੰਗ ਆਰਡਰ ਆਫ એનર્ਜੀ ਦੇ ਵਿੱਚ, ਉਸੇ ਤਰ੍ਹਾਂ ਹੀ ਇਹਦੇ ਵਿੱਚ ਸਾਰੇ ਲਿਖੇ ਹੋਏ ਆ ਤੇ ਜਿਹਦੇ ਵਿੱਚ ਜਿੰਨੇ ਜਿੰਨੇ ਇਲੈਕਟ੍ਰੋਨਸ ਵੱਧ ਤੋਂ ਵੱਧ ਆ ਸਕਦੇ ਆ, ਜਿੰਨੀ ਕਪੈਸਿਟੀ ਹੈ ਉਹਨਾਂ ਦੀ, ਕਿ ਡੀ ਆਰਬਿਟਲ 'ਚ ਵੱਧ ਤੋਂ ਵੱਧ 10 ਇਲੈਕਟ੍ਰੋਨ ਆ ਸਕਦੇ ਆ, ਐਸ 'ਚ ਵੱਧ ਤੋਂ ਵੱਧ 2, ਪੀ 'ਚ ਵੱਧ ਤੋਂ ਵੱਧ 6, ਐਫ 'ਚ ਵੱਧ ਤੋਂ ਵੱਧ 14। ਸੋ ਉਹਨੇ ਜਿੰਨੇ ਵੱਧ ਤੋਂ ਵੱਧ ਆ ਸਕਦੇ ਉਹਨੇ ਸਾਰੇ ਲਿਖੇ ਹੋਏ ਆ, ਕਿਉਂਕਿ ਓਰਗੈਨਿਸਨ ਤੱਕ ਜਾ ਕੇ ਸਾਰੇ ਦੇ ਸਾਰੇ ਆਰਬਿਟਲਸ ਫੁੱਲੀ ਫਿਲਡ ਹੋ ਜਾਂਦੇ ਆ। ਇਸ ਕਰਕੇ ਸਭ ਤੋਂ ਪਹਿਲਾਂ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੱਸਣੇ ਤੁਹਾਨੂੰ। 1s2 2s2 2p6 3s2 3p6 ਫਿਰ 4s2 ਆਉਂਦਾ ਹੈ। ਇਨਕਰੀਜ਼ਿੰਗ ਆਰਡਰ ਆਫ એનર્ਜੀ 'ਚ 3p ਤੋਂ ਬਾਅਦ 4s ਆਉਂਦਾ ਹੈ, 4s ਤੋਂ ਬਾਅਦ ਫਿਰ ਆਉਂਦਾ 3d। ਕਈ ਬੱਚਿਆਂ ਨੇ ਲਿਖੇ ਹੋਏ ਇਕੱਠੇ ਹੀ 3s 3p 3d 4s 4p 4d 4f, ਗਲਤ ਹੈ ਬਿਲਕੁਲ। ਉਹ ਉਸ ਤਰ੍ਹਾਂ ਨਹੀਂ ਲਿਖਣਾ ਜਿਵੇਂ ਆਹ ਲਿਖਿਆ ਹੋਇਆ ਸਿਕੇਮੈਟਿਕ ਡਾਇਆਗਰਾਮ ਦੇ ਅਕੋਰਡਿੰਗ, ਉਸੇ ਤਰ੍ਹਾਂ ਲਿਖਣਾ ਤੁਸੀਂ, ਕਿਉਂਕਿ 4s ਦੀ એનર્ਜੀ ਜੋ ਹੈ ਘੱਟ ਹੈ, 3d ਦੀ એનર્ਜੀ ਜ਼ਿਆਦਾ ਹੈ। ਜਦੋਂ ਇਲੈਕਟ੍ਰੋਨ ਰਿਲੀਜ਼ ਵੀ ਕਰਨਾ ਹੈ, ਜੇ 3d ਔਰ 4s ਆਊਟਰ ਆਰਬਿਟਲ ਨੇ, ਤਾਂ ਜਦੋਂ ਉਹ ਇਲੈਕਟ੍ਰੋਨ ਰਿਲੀਜ਼ ਕਰਨਾ ਹੈ ਤਾਂ 4s ਚੋਂ ਪਹਿਲਾਂ ਹੋਏਗਾ। ਇਹ ਨੈਕਸਟ ਐਗਜ਼ਾਮਪਲ 'ਚ ਹੈ ਦੱਸਿਆ ਹੋਇਆ, ਮੈਂ ਉੱਥੇ ਦੱਸਦਾ ਤੁਹਾਨੂੰ। ਸੋ ਇੱਥੇ 4s2 3d10 4p6 5s2 4d10 5p6 6s2 4f14 5d10 6p6 7s2 5f14 6d10 7p6। ਉਸ ਤੋਂ ਬਾਅਦ ਕਾਪਰ 1 ਪੋਜ਼ਿਟਿਵ ਅਟੋਮਿਕ ਨੰਬਰ ਮੈਂ ਹਰ ਇੱਕ ਦਾ ਨਾਲ ਲਿਖਿਆ ਵੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਅਟੋਮਿਕ ਨੰਬਰ 29 ਹੈ ਬਟ 1 ਪੋਜ਼ਿਟਿਵ ਚਾਰਜ ਹੈ, ਮਤਲਬ ਕਾਪਰ ਨੇ ਇੱਕ ਇਲੈਕਟ੍ਰੋਨ ਲੂਜ਼ ਕੀਤਾ ਹੋਇਆ। ਸੋ ਦੇਖਦੇ ਹਾਂ ਇਹ 1s2 2s2 2p6 3s2 3p6, ਅੱਗੇ ਆਉਂਦਾ ਸੀ 4s1 3d10, ਕਿਉਂਕਿ ਕਾਪਰ ਦੀ ਐਕਸੈਪਸ਼ਨਲ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ। ਇਹਦੇ 'ਚ 4s ਆਰਬਿਟਲ 'ਚ 1 ਆਉਂਦਾ ਹੈ, 3d ਆਰਬਿਟਲ 'ਚ 10 ਇਲੈਕਟ੍ਰੋਨ ਆਉਂਦੇ ਆ। ਬਟ 1 ਪੋਜ਼ਿਟਿਵ ਚਾਰਜ ਮਤਲਬ ਕਾਪਰ ਨੇ ਇੱਕ ਇਲੈਕਟ੍ਰੋਨ ਲੂਜ਼ ਕੀਤਾ, ਤਾਂ ਲੂਜ਼ ਵੀ ਉਹਦੇ ਵਿੱਚੋਂ ਹੀ ਕਰਨਾ ਹੈ ਜਿਹਦੀ એનર્ਜੀ ਘੱਟ ਹੈ। ਜੇਕਰ 4s ਆਰਬਿਟਲ ਪਹਿਲਾਂ ਫਿਲ ਹੋਇਆ ਸੀ ਤਾਂ ਰਿਲੀਜ਼ ਵੀ 4s ਆਰਬਿਟਲ ਦੇ ਵਿੱਚੋਂ ਹੀ ਕਰਨਾ ਹੈ। ਸੋ ਇਸ ਕਰਕੇ ਮੈਂ ਇੱਥੇ ਲਿਖ ਦਿੱਤਾ 4s0 3d10। ਇਸ ਤੋਂ ਬਾਅਦ ਨੈਕਸਟ ਬਿਸਮਥ 3 ਨੈਗੇਟਿਵ। ਬਿਸਮਥ ਦਾ ਅਟੋਮਿਕ ਨੰਬਰ ਹੁੰਦਾ 83। 3 ਨੈਗੇਟਿਵ ਮਤਲਬ 3 ਇਲੈਕਟ੍ਰੋਨ ਲੈ ਲਏ। ਸੋ ਇਲੈਕਟ੍ਰੋਨ ਕਿੰਨੇ ਹੋ ਗਏ ਉਹਦੇ ਕੋਲ 86। ਤਾਂ ਹੁਣ ਆਪਾਂ 86 ਇਲੈਕਟ੍ਰੋਨ ਫੁੱਲਫਿਲ ਕਰਨੇ ਆ ਬਿਲਕੁਲ ਐਨ ਆਰਬਿਟਲਸ ਦੇ ਵਿੱਚ। 1s2 2s2 2p6 3s2 3p6 4s2 3d10 4p6 5s2 4d10 5p6 6s2 4f14 5d10 6p6। ਗਿਣ ਕੇ ਦੇਖ ਲਓ ਇਲੈਕਟ੍ਰੋਨ 86 ਹੋਣਗੇ। 2 4 ਤੇ 6 10 2 12 6 18 18 2 20 10 30 ਤੇ 6 36 36 2 38 38 10 48 ਤੇ 6 54 54 ਤੇ 2 56 56 ਤੇ 14 70 70 ਤੇ 10 80 80 ਤੇ 6 86। ਅਗਰ 3 ਨੈਗੇਟਿਵ ਚਾਰਜ ਨਾ ਹੁੰਦਾ ਤਾਂ ਇੱਥੇ ਆ ਜਾਣਾ ਸੀ 6p3, ਬਟ ਹੁਣ 3 ਨੈਗੇਟਿਵ ਚਾਰਜ ਹੈ ਮਤਲਬ 3 ਇਲੈਕਟ੍ਰੋਨ ਲੈ ਲਏ, ਇਸ ਕਰਕੇ 3 ਇਲੈਕਟ੍ਰੋਨ ਇਹਦੇ 'ਚ ਐਡ ਹੋ ਗਏ 6p6 ਬਣ ਗਿਆ। ਇਸੇ ਤਰ੍ਹਾਂ ਲਾਰੈਂਸ਼ੀਅਮ 3 ਪੋਜ਼ਿਟਿਵ ਅਟੋਮਿਕ ਨੰਬਰ 103 ਹੁੰਦਾ ਹੈ। 3 ਪੋਜ਼ਿਟਿਵ ਚਾਰਜ ਮਤਲਬ 3 ਇਲੈਕਟ੍ਰੋਨ ਉਹਨੇ ਲੂਜ਼ ਕਰ ਦਿੱਤੇ, ਮਤਲਬ 100 ਇਲੈਕਟ੍ਰੋਨ ਰਹਿ ਗਿਆ। 100 ਇਲੈਕਟ੍ਰੋਨ ਆਪਾਂ ਫਿਲ ਕਰਨੇ ਇਹਦੇ ਅਟੋਮਿਕ ਆਰਬਿਟਲਸ ਦੇ ਵਿੱਚ। ਸੋ ਇਹਦੇ ਲਈ ਦੇਖੋ 1s2 2s2 2p6 3s2 3p6 4s2 3d10 4p6 5s2 4d10 5p6 6s2 4f14 5d10 6p6। 6p6 ਤੱਕ 86 ਇਲੈਕਟ੍ਰੋਨ ਹੋ ਗਏ ਸੀ। ਉਸ ਤੋਂ ਬਾਅਦ 6p ਤੋਂ ਬਾਅਦ ਨੈਕਸਟ ਆਉਂਦਾ 7s, ਕਿਉਂਕਿ ਇੱਥੇ ਦੇਖੋ 7s ਆ ਰਿਹਾ। 7s 'ਚ 2 ਇਲੈਕਟ੍ਰੋਨ ਹੁੰਦੇ ਆ। ਤੇ ਉਸ ਤੋਂ ਬਾਅਦ ਨੈਕਸਟ ਆ ਜਾਂਦਾ 5d14। 5d14
14 ਦੇ 14 ਇਲੈਕਟ੍ਰੋਨ ਫੁੱਲੀ ਫਿਲਡ ਹੋ ਗਏ। ਉਹ ਤੋਂ ਬਾਅਦ ਅੱਗੇ ਆਉਂਦਾ 6d1, ਇਸ ਤਰ੍ਹਾਂ ਆ ਜਾਂਦੀ ਹੈ ਇੱਥੇ ਕਿ 7s2 6d1 ਆਉਣਾ ਸੀ ਜੇਕਰ ਲਾਰੈਂਸ਼ੀਅਮ 103 ਦਾ ਐਟੋਮਿਕ ਨੰਬਰ ਲਿਖਣਾ ਹੁੰਦਾ। ਬਟ ਹੁਣ 3 ਪੋਜ਼ਿਟਿਵ ਚਾਰਜ ਹੈ, ਮਤਲਬ 3 ਇਲੈਕਟ੍ਰੋਨ ਲੂਜ਼ ਕੀਤੇ ਤਾਂ 2 ਇਲੈਕਟ੍ਰੋਨ 7s ਔਰਬਿਟਲ ਚੋਂ ਲੂਜ਼ ਕਰਨੇ ਆ, ਕਿਉਂਕਿ 7s ਦੀ એનર્ਜੀ 5f ਤੋਂ ਘੱਟ ਹੁੰਦੀ ਹੈ। ਸੋ ਇਸ ਕਰਕੇ ਇਹਨੇ ਪਹਿਲਾ ਇਲੈਕਟ੍ਰੋਨ ਰਿਲੀਜ਼ ਕਰ ਦੇਣੇ ਆ। ਤੇ 6d ਦੀ એનર્ਜੀ ਬੇਸ਼ੱਕ 5f ਤੋਂ ਜ਼ਿਆਦਾ ਹੈ, ਬਟ ਇਹਦੇ ਕੋਲ ਸਿਰਫ ਇੱਕ ਇਲੈਕਟ੍ਰੋਨ ਹੁੰਦਾ ਹੈ, ਜਦ ਕਿ 5f ਔਰਬਿਟਲ 'ਚ 14 ਇਲੈਕਟ੍ਰੋਨ ਹੈ, ਫੁੱਲੀ ਫਿਲਡ ਹੈ। ਤੇ ਤੁਸੀਂ ਪਹਿਲਾਂ ਪੜ੍ਹਿਆ ਵੀ ਹੈ ਕਿ ਫੁੱਲੀ ਫਿਲਡ ਜਿਹੜੀਆਂ ਇਲੈਕਟ੍ਰੋਨਿਕ ਕਨਫੀਗਰੇਸ਼ਨਸ ਹੁੰਦੀਆਂ ਨੇ ਉਹਨਾਂ ਦੀ ਸਟੇਬਿਲਿਟੀ ਜ਼ਿਆਦਾ ਹੁੰਦੀ ਹੈ। ਸੋ ਇਸ ਕਰਕੇ 6d ਔਰਬਿਟਲ ਦਾ ਇਲੈਕਟ੍ਰੋਨ ਇੱਕ ਇਹ ਰਿਲੀਜ਼ ਕਰ ਦਿੰਦਾ ਅਤੇ 5f 'ਚ 14 ਇਲੈਕਟ੍ਰੋਨ ਰਹਿ ਜਾਂਦੇ ਇਹਦੇ 'ਚ। ਸੋ ਇਸੇ ਤਰ੍ਹਾਂ ਬਾਕੀ ਤੁਸੀਂ ਦੇਖ ਸਕਦੇ ਆ, ਡਾਰਮ ਸਟੈਡੀਅਮ 110 ਐਟੋਮਿਕ ਨੰਬਰ ਹੈ, ਬਰਕੇਲੀਅਮ 97, ਐਸਟੇਟਾਈਨ 84, Hg2 ਪੋਜ਼ਿਟਿਵ। ਦੇਖੋ ਇਹਦੇ 'ਚ ਵੀ 2 ਪੋਜ਼ਿਟਿਵ ਚਾਰਜ ਹੈ, ਇਹਦਾ ਵੀ ਦੱਸ ਦੇਣਾ ਤੁਹਾਨੂੰ ਕਿ ਇਹਦੇ 'ਚ ਵੀ ਉਸੇ ਤਰ੍ਹਾਂ ਲਿਖ ਕੇ ਇਲੈਕਟ੍ਰੋਨਿਕ ਕਨਫੀਗਰੇਸ਼ਨ ਇੱਥੇ ਆ ਜਾਂਦਾ 6s2 4f 14 5d10, ਇਸ ਤਰ੍ਹਾਂ ਆਉਣਾ ਸੀ ਇਹਦੇ 'ਚ। ਬਟ ਇੱਥੇ 2 ਪੋਜ਼ਿਟਿਵ ਚਾਰਜ ਮਤਲਬ 2 ਇਲੈਕਟ੍ਰੋਨ ਉਹਨੇ ਲੂਜ਼ ਕੀਤੇ। ਸੋ ਆਹ 6s ਔਰਬਿਟਲ ਹੈ, ਇਹ ਆਊਟਰ ਮੋਸਟ ਸ਼ੈਲ ਹੈ ਇਹਦਾ, ਅਤੇ ਨਾਲ ਦੀ ਨਾਲ 6s ਦੀ એનર્ਜੀ ਇਹਨਾਂ ਦੋਨਾਂ 'ਚੋਂ ਘੱਟ ਹੈ। ਸੋ ਜਿਹਦੇ ਕਰਕੇ ਇਹ ਦੋਨੋਂ ਜਿਹੜੇ ਨੇ ਫੁੱਲੀ ਫਿਲਡ ਹੈ, ਸਟੇਬਿਲਿਟੀ ਜ਼ਿਆਦਾ ਇਹਨਾਂ ਦੀ। 6s ਔਰਬਿਟਲ ਦੇ ਵਿੱਚੋਂ ਇਲੈਕਟ੍ਰੋਨ ਮਰਕਰੀ ਨੇ ਆਪਣੇ 2 ਲੂਜ਼ ਕਰ ਦਿੱਤੇ, ਇਸ ਕਰਕੇ 6s 0 ਲਿਖ ਦਿੱਤਾ ਇੱਥੇ। ਸੋ ਇਸੇ ਤਰ੍ਹਾਂ ਇਹ ਥੋਰੀਅਮ ਹੈ, ਐਟੋਮਿਕ ਨੰਬਰ 90 ਹੈ, ਬਟ 4 ਪੋਜ਼ਿਟਿਵ ਮਤਲਬ 86 ਇਲੈਕਟ੍ਰੋਨ ਰਹਿ ਗਏ। ਸੋ 86 ਇਸ ਤਰ੍ਹਾਂ ਆ ਗਏ ਸੀ ਸਾਡੇ ਕੋਲ, 6p6 ਤੱਕ ਪਹਿਲਾਂ ਵੀ ਲਿਖਿਆ ਤੁਸੀਂ। ਅਦਰਵਾਈਜ਼ ਇੱਥੇ ਆ ਜਾਣਾ ਸੀ 7s2 5f2 ਜੇਕਰ 4 ਪੋਜ਼ਿਟਿਵ ਚਾਰਜ ਨਾ ਹੁੰਦਾ, ਬਟ 4 ਪੋਜ਼ਿਟਿਵ ਚਾਰਜ ਹੈ ਤਾਂ 7s 0 5f 0 ਆ ਗਿਆ। ਸੋ ਇਹ ਮੈਂ ਸਿਰਫ ਤੁਹਾਡੀ ਕਲੈਰੀਫਿਕੇਸ਼ਨ ਦੇ ਲਈ ਲਿਖ ਰਿਹਾ ਹਾਂ ਕਿ 0 0 ਉੱਪਰ, ਅਦਰਵਾਈਜ਼ ਇਹ ਜੇ ਔਰਬਿਟਲਸ ਨਾ ਵੀ ਲਿਖੇ ਜਾਣ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ। ਲੈਂਥੀਨਮ 3 ਪੋਜ਼ਿਟਿਵ, ਸੋ 3 ਪੋਜ਼ਿਟਿਵ ਚਾਰਜ ਮਤਲਬ 57 ਐਟੋਮਿਕ ਨੰਬਰ ਹੈ, 3 ਪੋਜ਼ਿਟਿਵ ਚਾਰਜ ਮਤਲਬ 54 ਇਲੈਕਟ੍ਰੋਨ ਰਹਿ ਗਏ। ਸੋ 54 ਜਿਹੜੇ ਇਲੈਕਟ੍ਰੋਨ ਹੈ ਉਹ 5p6 ਤੱਕ ਆ ਜਾਂਦੇ ਆ। ਜੇਕਰ 3 ਪੋਜ਼ਿਟਿਵ ਚਾਰਜ ਨਾ ਹੁੰਦਾ ਤਾਂ ਇੱਥੇ ਆ ਜਾਣਾ ਸੀ 6s2 4f1, ਬਟ 3 ਪੋਜ਼ਿਟਿਵ ਚਾਰਜ ਤਾਂ 3 ਇਲੈਕਟ੍ਰੋਨ ਇਹਨਾਂ ਦੇ ਵਿੱਚੋਂ ਇਹਨੇ ਰਿਲੀਜ਼ ਕਰ ਦਿੱਤੇ। ਇਸੇ ਤਰ੍ਹਾਂ ਰਹੀਨੀਅਮ ਹੈ 75 ਹੈ, ਇਹਦੇ ਵਿੱਚ ਫਿਲ ਕੀਤੇ ਹੋਏ। ਲੂਟੀਸ਼ੀਅਮ 3 ਪੋਜ਼ਿਟਿਵ, ਸੋ ਲੂਟੀਸ਼ੀਅਮ 'ਚ ਐਟੋਮਿਕ ਨੰਬਰ 71 ਹੁੰਦਾ ਹੈ, 3 ਪੋਜ਼ਿਟਿਵ ਚਾਰਜ ਮਤਲਬ 68 ਇਲੈਕਟ੍ਰੋਨ ਰਹਿ ਗਏ। ਹੁਣ 68 ਇਲੈਕਟ੍ਰੋਨ ਤੁਸੀਂ ਇੱਥੇ ਦੇਖੋ 5p6 ਤੱਕ ਜੋ ਹੈ ਇਲੈਕਟ੍ਰੋਨ 54 ਬਣ ਜਾਂਦੇ ਆ। 5p ਤੋਂ ਬਾਅਦ ਜੇਕਰ 3 ਪੋਜ਼ਿਟਿਵ ਚਾਰਜ ਨਾ ਹੁੰਦਾ ਤਾਂ ਇੱਥੇ ਹੋਣਾ ਸੀ 6s2 4f14, ਅਤੇ ਇੱਕ ਹੋਰ ਮੈਨੂੰ ਯਾਦ ਭੁੱਲ ਗਿਆ, ਨਾਲ ਲਿਖ ਦੇਣਾ ਸੀ ਆਪਾਂ 5d1। ਬਟ 4f14 ਜਿਵੇਂ ਇੱਥੇ ਲਿਖਿਆ ਸੀ ਆਪਾਂ f ਔਰਬਿਟਲ ਵਾਲਾ ਇਹਦੇ 'ਚ ਕਿ f ਔਰਬਿਟਲ ਫੁੱਲੀ ਫਿਲਡ ਹੈ, ਇਹਦੀ ਸਟੇਬਿਲਿਟੀ ਜ਼ਿਆਦਾ ਹੈ। ਉਸੇ ਤਰ੍ਹਾਂ ਇੱਥੇ ਵੀ f ਔਰਬਿਟਲ ਫੁੱਲੀ ਫਿਲਡ ਹੈ। ਸੋ ਇੱਥੇ 6s 'ਚ 2 ਇਲੈਕਟ੍ਰੋਨ ਉਹ 0 ਕਰ ਦਿੱਤੇ, 2 ਇਹਦੇ 'ਚੋਂ ਰਿਲੀਜ਼ ਕਰ ਦਿੱਤੇ, 5d 'ਚ ਵੀ 0 ਕਰ ਦਿੱਤੇ, ਇਹਦਾ ਵੀ 1 ਇਲੈਕਟ੍ਰੋਨ ਰਿਲੀਜ਼ ਕਰ ਦਿੱਤਾ। 1 ਤੇ 2 3 ਇਲੈਕਟ੍ਰੋਨ ਰਿਲੀਜ਼ ਹੋ ਗਏ। ਸੋ 68 ਇਲੈਕਟ੍ਰੋਨ ਰਹਿ ਗਏ 4f14 ਤੱਕ। ਇਸੇ ਤਰ੍ਹਾਂ ਗੈਡੋਲੀਨੀਅਮ 3 ਪੋਜ਼ਿਟਿਵ, ਇਹਦੇ 'ਚ ਵੀ 6s 0 ਕਰ ਦਿੱਤਾ, 4f7 ਕਰ ਦਿੱਤਾ, ਕਿਉਂਕਿ 3 ਪੋਜ਼ਿਟਿਵ ਚਾਰਜ ਹੈ ਮਤਲਬ 61 ਇਲੈਕਟ੍ਰੋਨ ਹੈ, ਅਤੇ ਇੱਥੇ ਤੱਕ 54 ਪਲੱਸ 7 61 ਇਲੈਕਟ੍ਰੋਨ, ਕਿਉਂਕਿ ਹਾਫ ਫਿਲਡ ਅਤੇ ਕੰਪਲੀਟਲੀ ਫਿਲਡ ਐਟੋਮਿਕ ਔਰਬਿਟਲਸ ਦੀ ਸਟੇਬਿਲਿਟੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਇੱਥੇ ਵੀ 6s ਔਰਬਿਟਲ ਨੂੰ 0 ਕਰ ਦਿੱਤਾ। ਸੋ ਇਸੇ ਤਰ੍ਹਾਂ ਸੀਜ਼ੀਅਮ 1 ਪੋਜ਼ਿਟਿਵ 54 ਰਹਿ ਗਏ ਇੱਥੇ ਤੱਕ। ਸਿਲਵਰ 1 ਪੋਜ਼ਿਟਿਵ, ਸੋ ਸਿਲਵਰ 'ਚ ਵੀ ਇਸ ਤਰ੍ਹਾਂ ਲਿਖਦੇ ਹਾਂ ਆਪਾਂ 5s1 4d10, ਇਹਦੀ ਵੀ ਐਕਸੈਪਸ਼ਨਲ ਹੁੰਦੀ ਹੈ ਇਲੈਕਟ੍ਰੋਨਿਕ ਕਨਫੀਗਰੇਸ਼ਨ, ਬਟ 1 ਪੋਜ਼ਿਟਿਵ ਚਾਰਜ ਮਤਲਬ 1 ਇਲੈਕਟ੍ਰੋਨ ਰਿਲੀਜ਼ ਕੀਤਾ, 46 ਇਲੈਕਟ੍ਰੋਨ ਹੋਣੇ ਚਾਹੀਦੇ ਆ। ਸੋ 5s0 4d10 ਤੁਸੀਂ ਦੇਖ ਸਕਦੇ ਹੋ 46 ਰਹਿ ਜਾਂਦੇ ਆ। ਇਸੇ ਤਰ੍ਹਾਂ ਸੈਲੇਨੀਅਮ 2 ਨੈਗੇਟਿਵ, ਐਟੋਮਿਕ ਨੰਬਰ 34 ਹੈ, ਬਟ 2 ਨੈਗੇਟਿਵ ਚਾਰਜ ਮਤਲਬ 2 ਇਲੈਕਟ੍ਰੋਨ ਉਹਨੇ ਗੇਨ ਕਰ ਲਏ, 36 ਇਲੈਕਟ੍ਰੋਨ ਹੋਣੇ ਚਾਹੀਦੇ, 4p6 ਤੱਕ 36 ਇਲੈਕਟ੍ਰੋਨ ਹੋ ਜਾਂਦੇ ਇਹਦੇ। ਇਸੇ ਤਰ੍ਹਾਂ ਗੈਲੀਅਮ ਦਾ ਹੋ ਗਿਆ। ਆਇਰਨ ਦੀ ਬਹੁਤ ਬੱਚਿਆਂ ਨੇ ਗਲਤੀ ਕੀਤੀ ਹੈ। ਆਇਰਨ ਦੇ ਵਿੱਚ ਵੈਸੇ ਜੇਕਰ 2 ਪੋਜ਼ਿਟਿਵ ਚਾਰਜ ਨਾ ਹੋਵੇ ਤਾਂ ਇੱਥੇ ਹੁੰਦਾ ਹੈ 4s2 3d6, ਬਟ ਫਿਰ ਉਹੀ ਗੱਲ ਕਿ 4s ਔਰਬਿਟਲ ਦੀ એનર્ਜੀ 3d ਤੋਂ
ਘੱਟ ਹੁੰਦੀ ਹੈ, ਇਸ ਕਰਕੇ 2 ਇਲੈਕਟ੍ਰੋਨ ਜਿਹੜੇ ਆਇਰਨ ਲੂਜ਼ ਕਰਦਾ ਆਪਣੇ, ਉਹ 4s ਔਰਬਿਟਲ 'ਚ ਲੂਜ਼ ਕਰਦਾ, ਇਸ ਕਰਕੇ ਇੱਥੇ 4s0 3d6। ਤੇ ਆ ਤੁਸੀਂ ਪੜ੍ਹ ਲਈ ਕ੍ਰੋਮੀਅਮ ਦੀ, ਸਕੈਂਡੀਅਮ ਦੀ ਵੀ ਇਸ ਤਰ੍ਹਾਂ। ਸੋ ਇਹ ਇਲੈਕਟ੍ਰੋਨਿਕ ਕਨਫੀਗਰੇਸ਼ਨਸ ਨੇ। ਮੇਰੇ ਖਿਆਲ 'ਚ ਹੁਣ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਉਣੀਆਂ ਚਾਹੀਦੀਆਂ ਇਹ। ਫਿਰ ਵੀ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਪੁੱਛ ਸਕਦੇ ਆ। ਸੋ ਅੱਜ ਦੇ ਲਈ ਤੁਹਾਡਾ ਇਹੀ ਟੌਪਿਕ ਸੀ। ਨੈਕਸਟ ਟੌਪਿਕ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।